हाँ जी, वाहिगुरू जी का खालसा वाहिगुरू जी की फतेह जी। बोलिए। सब तो पहला तुहाडा सारिਆਂ ਦਾ ਧੰਨਵਾਦ, ਤੁਸੀਂ ਸਾਡੇ ਬੁਲਾਉਣ 'ਤੇ ਇੱਥੇ ਆਏ। ਇਸ ਲਈ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ। ਅੱਜ ਸਾਡੀ ਇੱਕ ਇੱਥੇ ਮੀਟਿੰਗ ਸੀਗੀ ਗੁਰਦੁਆਰਾ ਸਾਹਿਬ ਦੇ ਅੰਦਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਲੈ ਕੇ, ਕਿਉਂਕਿ ਬੇਸ਼ੱਕ ਇੱਕ ਬਹੁਤ ਵੱਡਾ ਇਕੱਠ ਪੰਜਾਬ ਦੇ ਲੋਕਾਂ ਨੇ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ, ਪਰ ਇਹ ਪਰਟੀਕੂਲਰ ਮਸਲਾ ਭੁੱਲਰ ਸਾਹਿਬ ਦੀ ਰਿਹਾਈ ਦਾ ਅੱਜ ਅਸੀਂ ਕਿਉਂ ਸ਼ੁਰੂ ਕੀਤਾ, ਕਿਉਂਕਿ ਇਹ ਜਿਹੜੀ ਪਰਟੀਕੂਲਰ ਭੁੱਲਰ ਸਾਹਿਬ ਦੀ ਰਿਹਾਈ ਹੈ ਇਹ ਕਿਸੇ ਖਾਸ ਵਜ੍ਹਾ ਕਰਕੇ ਅਟਕੀ ਹੋਈ ਹੈ। ਔਰ ਵਜ੍ਹਾ ਹੈ ਕੇਜਰੀਵਾਲ ਸਾਹਿਬ ਦਾ ਇਹਨਾਂ ਦੀ ਰਿਹਾਈ ਦੇ ਉੱਤੇ ਜਿਹੜੀ ਇਹਨਾਂ ਦੀ ਫਾਈਲ ਹੈ ਉਹਦੇ ਉੱਤੇ ਜਿਹੜੇ ਦਸਤਖਤ ਹੋਣੇ ਉਹ ਕੇਜਰੀਵਾਲ ਸਾਹਿਬ ਦੇ ਹੋਣੇ। ਔਰ ਕੇਜਰੀਵਾਲ ਸਾਹਿਬ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਸ ਰਿਹਾਈ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਨੇ ਔਰ ਦਸਤਖਤਾਂ ਤੋਂ ਪਿੱਛੇ ਹਟਦੇ ਨੇ ਔਰ ਆਪਣੇ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਜਸਟੀਫਿਕੇਸ਼ਨ ਵੀ ਦਿੰਦੇ ਨੇ। ਕਈ ਪੁਰਾਣੀਆਂ ਚਿੱਠੀਆਂ ਵੀ ਆ ਜਿਹੜੀਆਂ ਇੱਥੇ ਹਵਾ ਵਿੱਚ ਵੀ ਤੁਰੀਆਂ ਫਿਰਦੀਆਂ, ਲੋਕ ਵੀ ਲਈ ਫਿਰਦੇ ਨੇ, ਪਰ ਉਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਚਿੱਠੀਆਂ ਨੇ ਜਾਂ ਉਹ ਸਾਰੀਆਂ ਚੀਜ਼ਾਂ ਦੇ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਸਾਡਾ ਵਕੀਲ ਜਿਹੜਾ ਲਗਾਤਾਰ ਲੜ ਰਿਹਾ ਹੈ ਭੁੱਲਰ ਸਾਹਿਬ ਦਾ ਕੇਸ, ਉਹ ਲਗਾਤਾਰ ਉਹਨਾਂ ਗੱਲਾਂ ਦੇ ਜਵਾਬ ਦੇ ਰਿਹਾ ਮੰਝਪੁਰ ਸਾਹਿਬ। ਔਰ ਜਦੋਂ ਇਹ ਸਾਰੀਆਂ ਗੱਲਾਂ ਸਪਸ਼ਟ ਨੇ ਔਰ ਅਸੀਂ ਤਾਂ ਸਪਸ਼ਟ ਹਾਂ, ਬੇਸਿਕਲੀ ਅਸੀਂ ਅੱਜ ਜਿਹੜੇ ਲੋਕ ਬੈਠੇ ਅਸੀਂ ਸਪਸ਼ਟ ਹਾਂ ਕਿ ਕੇਜਰੀਵਾਲ ਸਾਹਿਬ ਜੇ ਉਹਨਾਂ ਦੇ ਸਾਈਨ ਕਰਦੇ ਨੇ ਤੇ ਭੁੱਲਰ ਸਾਹਿਬ ਦੀ ਰਿਹਾਈ ਹੁੰਦੀ ਹੈ, ਤੇ ਜੇ ਕੇਜਰੀਵਾਲ ਸਾਹਿਬ ਸਾਈਨ ਨਹੀਂ ਕਰਦੇ ਤੇ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਹੁੰਦੀ। ਇਸ ਲਈ ਅੱਜ ਦੀ ਜਿਹੜੀ ਇਹ ਮੀਟਿੰਗ ਰੱਖੀ ਗਈ ਸੀਗੀ ਉਹਦੇ ਵਿੱਚ ਅਸੀਂ ਇਹ ਤੈਅ ਕਰਨਾ ਸੀ ਕਿ ਅਸੀਂ ਕੇਜਰੀਵਾਲ ਸਾਹਿਬ ਦੇ ਤੋਂ ਇਹ ਦਸਤਖਤ ਕਿਵੇਂ ਕਰਾਉਣੇ, ਕਿਉਂਕਿ ਕੇਜਰੀਵਾਲ ਸਾਹਿਬ ਨੇ ਪੰਜਾਬ ਆਉਣਾ ਹੈ, ਉਹ ਇੱਥੇ ਇਲੈਕਸ਼ਨ ਲੜ ਰਹੇ ਨੇ ਔਰ ਲੋਕਾਂ ਵਿੱਚ ਉਹਨਾਂ ਨੇ ਜਾਣਾ ਨੇ ਔਰ ਜਿਨ੍ਹਾਂ ਲੋਕਾਂ ਕੋਲੇ ਉਹਨਾਂ ਨੇ ਜਾਣਾ ਹੈ ਉਹਨਾਂ ਲੋਕਾਂ ਦੀ ਭਾਵਨਾ ਨੂੰ ਜੇ ਉਹ ਸਮਝਦੇ ਨਹੀਂ, ਉਹਨਾਂ ਦੀ ਉਹ ਕਦਰ ਨਹੀਂ ਕਰਦੇ, ਤੇ ਫਿਰ ਕਿਸ ਤਰ੍ਹਾਂ ਨਾਲ ਉਹ ਪੰਜਾਬ ਵਿੱਚ ਲੋਕਾਂ ਕੋਲੇ ਆਉਣਗੇ ਔਰ ਕਿਸ ਤਰ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਇਸ ਲਈ ਆਪਣੀ ਅਸੀਂ ਸਵਾਲ ਜਿਹੜੀ ਸਾਡੀਆਂ ਭਾਵਨਾਵਾਂ ਨੇ, ਲੋਕਾਂ ਦੀਆਂ ਕੌਮ ਦੀਆਂ ਭਾਵਨਾਵਾਂ ਨੇ, ਸਮੁੱਚੇ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਦੇ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਨੇ, ਉਹਨਾਂ ਭਾਵਨਾਵਾਂ ਨੂੰ ਕੇਜਰੀਵਾਲ ਸਾਹਿਬ ਤੱਕ ਪਹੁੰਚਦਾ ਕਰਨਾ ਹੈ। ਉਸ ਲਈ ਅੱਜ ਮੀਟਿੰਗ ਸੀਗੀ। ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜੀ ਆਪਣੇ ਤੈਅ ਕੀਤੀਆਂ ਚੀਜ਼ਾਂ ਨੇ ਉਹ ਅਲੱਗ-ਅਲੱਗ ਦੱਸ ਦੇਣਗੇ ਤੁਹਾਨੂੰ ਵੀ ਅਸੀਂ ਕਿਵੇਂ ਲੋਕਾਂ ਵਿੱਚ ਜਾਣਾ ਹੈ। ਮੇਰਾ ਸਿਰਫ ਇਹੀ ਕਹਿਣਾ ਹੈ ਵੀ ਕੇਜਰੀਵਾਲ ਸਾਹਿਬ ਇਸ ਜਿਹੜਾ ਸੈਂਸਿਟਿਵ ਮੁੱਦਾ ਹੈ, ਜਿਹੜਾ ਲੋਕਾਂ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਮੁੱਦਾ ਹੈ ਔਰ ਜਸਟੀਫਾਈ ਕਰਦਾ ਹੈ ਉਹ ਮੁੱਦਾ, ਕਿਉਂਕਿ ਉਹਨਾਂ ਦੀ ਰਿਹਾਈ ਜਿਹੜੀ ਬਣਦੀ ਆ ਉਹ ਇੱਕ ਦਸਤਖਤ ਨਾਲ ਰਿਹਾਈ ਹੁੰਦੀ ਆ ਤੇ ਉਹਨਾਂ ਦਾ ਟਾਲ ਮਟੋਲ ਜਿਹੜਾ ਉਹ ਸਹੀ ਨਹੀਂ ਹੈਗਾ। ਇਸ ਲਈ ਅਸੀਂ ਆਪਣੀ ਉਹਨਾਂ ਤੱਕ ਗੱਲ ਪਹੁੰਚਾਉਣੀ ਹੈ। ਤੇ ਇੱਥੇ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਕੁਝ ਚੀਜ਼ਾਂ ਅਸੀਂ ਤੈਅ ਕੀਤੀਆਂ ਨੇ ਵੀ ਅਸੀਂ ਇੱਕ ਤਾਲਮੇਲ ਕਮੇਟੀ ਬਣਾਈ ਹੈ ਜਿਹੜੀ ਵੱਖ-ਵੱਖ ਪੰਥਕ ਧਿਰਾਂ ਨੂੰ ਤੇ ਸਮਾਜਿਕ ਧਿਰਾਂ ਨਾਲ ਮਿਲ ਕੇ ਇਸ ਮੁੱਦੇ 'ਤੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਔਰ ਇਸ ਲੜਾਈ ਨੂੰ ਇੱਕ ਕੰਪੇਨ ਬਣਾਵਾਂਗੇ। ਇਸ ਨੂੰ ਅਸੀਂ ਪਿੰਡ ਲੈ ਕੇ ਜਾਵਾਂਗੇ, ਹਰ ਉਸ ਸ਼ਖਸ ਦੇ ਕੰਨਾਂ ਤੱਕ ਲੈ ਕੇ ਜਾਵਾਂਗੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹਨੂੰ ਆਜ਼ਾਦੀ ਦਾ ਮੁੱਲ ਪਤਾ ਹੈ, ਜਿਹਨੂੰ ਸੰਘਰਸ਼ਾਂ ਦੀ ਕੀਮਤ ਪਤਾ ਹੈ। ਅਸੀਂ ਆਪਣੀ ਗੱਲ ਉਹਨਾਂ ਤੱਕ ਲੈ ਕੇ ਜਾਵਾਂਗੇ। ਇਸ ਲਈ ਇਹ ਗੱਲ ਲਿਜਾਣ ਵਾਸਤੇ ਅੱਜ ਇਹਨਾਂ ਨੇ ਬਠਿੰਡਾ ਵਿੱਚ ਕੋਟਪਾਰਾ ਸਾਹਿਬ ਬਲਜਿੰਦਰ ਸਿੰਘ ਹੁਣਾਂ ਨੇ ਪਹਿਲ ਕੀਤੀ, ਇਹਨਾਂ ਨੇ ਮੀਟਿੰਗ ਰੱਖੀ, ਬਹੁਤ ਸਾਰੇ ਲੋਕ ਅੱਜ ਆਏ। ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ। ਅਤੇ ਉਸ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਤੈਅ ਕੀਤੀਆਂ ਹੈ ਉਹਦੇ ਵਿੱਚ ਮੇਨ ਇਹੀ ਹੈ ਵੀ ਅਸੀਂ ਭੁੱਲਰ ਸਾਹਿਬ ਦੀ ਰਿਹਾਈ ਸੁਨਿਸ਼ਚਿਤ ਕਰਵਾਉਣੀ ਆ ਇਲੈਕਸ਼ਨਾਂ ਤੋਂ ਪਹਿਲਾਂ ਕੇਜਰੀਵਾਲ ਤੋਂ ਦਸਤਖਤ ਕਰਵਾਉਣੇ ਆ ਅਸੀਂ। ਜੇ ਉਹ ਦਸਤਖਤ ਨਹੀਂ ਕਰਦੇ ਤਾਂ ਅਸੀਂ ਉਹਨਾਂ ਦਾ ਪੰਜਾਬ ਆਉਣਾ ਜਿਹੜਾ ਉਹ ਮੁਸ਼ਕਿਲ ਕਰ ਦੇਵਾਂਗੇ। ਇਸ ਲਈ ਇਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਇਹ ਸਾਡੀ ਬੇਨਤੀ ਵੀ ਸਮਝ ਲੈਣਾ ਔਰ ਸਾਡੀ ਚੇਤਾਵਨੀ ਵੀ ਸਮਝ ਲੈਣਾ ਵੀ ਪੰਜਾਬ ਦੇ ਲੋਕ ਜਿਹੜੀਆਂ ਤੁਸੀਂ ਆ ਫਰਜ਼ੀਵਾੜਾ ਜਿਹੜਾ ਤੁਸੀਂ ਲੋਕਾਂ ਨੂੰ ਸਮਝਾਉਣ ਲਈ ਚਿੱਠੀਆਂ ਔਰ ਇਹ ਬਹੁਤ ਤੁਸੀਂ ਕਰਦੇ ਹੋ, ਇਹਨਾਂ ਬਾਰੇ ਲੋਕ ਸਭ ਜਾਣਦੇ ਨੇ, ਕਿਉਂਕਿ ਜਿਹੜੇ ਭੁੱਲਰ ਸਾਹਿਬ ਦੇ ਵਕੀਲ ਨੇ ਉਹ ਨਾਲੋਂ ਨਾਲ ਤੁਹਾਡੇ ਵੱਲੋਂ ਕੀਤੀ ਕੰਪੇਨ ਦਾ ਜਿਹੜਾ ਉਹ ਜਵਾਬ ਵੀ ਦਿੰਦੇ ਨੇ, ਲੋਕਾਂ ਤੱਕ ਉਹ ਮੈਸੇਜ ਵੀ ਪਹੁੰਚਦੇ ਨੇ। ਇਸ ਲਈ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਵਿਸ਼ੇਸ਼ ਤੌਰ 'ਤੇ ਕੀਤੀ ਹੈ ਭੁੱਲਰ ਸਾਹਿਬ ਦੀ ਰਿਹਾਈ ਵਾਸਤੇ ਔਰ ਇਸ ਨੂੰ ਕੰਪੇਨ ਕਿਵੇਂ ਬਣਾਉਣਾ। ਕੰਪੇਨ ਬਣਾਉਣ ਵਾਸਤੇ ਅਸੀਂ ਸਾਰੀਆਂ ਪੰਥਕ ਧਿਰਾਂ ਨਾਲ ਤਾਲਮੇਲ ਕਰਾਂਗੇ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਇਕੱਠੇ ਹੋਈਏ। ਸਮਾਜਿਕ ਧਿਰਾਂ ਵੀ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ, ਜਿਹੜੇ ਆਜ਼ਾਦੀ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਆਓ ਆਪਾਂ ਸਾਰੇ ਰਲ ਕੇ ਜਦ ਜਮਹੂਰੀ ਹੱਕ ਹੈ ਕਿਸੇ ਦਾ ਉਸ ਨੂੰ ਲੈਣ ਵਾਸਤੇ ਆਪਾਂ ਇਕੱਠੇ ਹੋ। ਇਹੀ ਮੇਰੀ ਬੇਨਤੀ ਹੈ।
ਬਾਕੀ ਹੁਣ ਦੱਸਣਗੇ ਪ੍ਰੋਫੈਸਰ। ਵੀ ਪਾਏ ਗਏ ਨੇ ਇਸ ਨੂੰ ਲੈ ਕੇ, ਜਾਂ ਜਿਹੜੀ ਤੁਹਾਡੀ ਮੀਟਿੰਗ ਸੀ ਉਹਦੇ ਵਿੱਚ ਹੋਰ ਕੀ ਤੈਅ ਕੀਤਾ ਗਿਆ? ਹਾਂਜੀ, ਉਹਦੇ ਵਿੱਚ 4 ਮਤੇ ਪਾਏ ਗਏ ਨੇ, ਉਹ ਪ੍ਰੋਫੈਸਰ ਸਾਹਿਬ ਤੁਹਾਨੂੰ ਦੱਸਣਗੇ ਵੀ ਉਹ ਕਿਹੜੇ ਮਤੇ ਨੇ ਜੀ। ਉਹ 'ਚ ਹੈ ਜੀ, ਪਹਿਲਾਂ ਤਾਂ ਇਹੀ ਹੈ ਵੀ 117 ਹਲਕਿਆਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਮਿਲ ਕੇ ਚੇਤਾਵਨੀ ਪੱਤਰ ਹੈ ਜਿਹੜਾ ਮਿਲ ਕੇ ਉਹਨਾਂ ਨੂੰ ਦਿੱਤਾ ਜਾਊਗਾ, ਔਰ 5 ਦਿਨਾਂ ਦਾ ਸਮਾਂ ਜਿਹੜਾ ਆ ਉਹਦੇ ਲਈ ਤੈਅ ਕੀਤਾ ਗਿਆ ਕਿ ਮਿਲ ਕੇ ਪੱਤਰ ਦੇ ਕੇ 117 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਚੋਣਾਂ ਲੜ ਰਹੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਮਿਲ ਕੇ ਚੇਤਾਵਨੀ ਪੱਤਰ ਦਿੱਤਾ ਜਾਊਗਾ, ਔਰ 5 ਦਿਨਾਂ ਦੇ ਵਿੱਚ ਸਪਸ਼ਟੀਕਰਨ ਦੇਣ ਦਾ ਭੁੱਲਰ ਸਾਹਿਬ ਦੀ ਰਿਹਾਈ ਦੇ ਨਾਲ ਜੋ ਕੇਜਰੀਵਾਲ ਦੇ ਦਸਤਖਤਾਂ ਦਾ ਜਿਹੜਾ ਸੰਬੰਧ ਹੈ, ਭੁੱਲਰ ਸਾਹਿਬ ਦੀ ਰਿਹਾਈ ਦੇ ਨਾਲ ਕੇਜਰੀਵਾਲ ਦੇ ਦਸਤਖਤਾਂ ਦਾ ਜੋ ਸੰਬੰਧ ਆ ਉਹਦੇ ਉੱਤੇ ਉਹ ਆਪਣਾ ਸਪਸ਼ਟੀਕਰਨ ਦੇਣ। ਉਹ 117 ਦੇ 117 ਐਮਐਲਏਆਂ ਨੂੰ ਅਸੀਂ ਜਿਹੜਾ ਚੇਤਾਵਨੀ ਪੱਤਰ ਦੇਣਾ, ਉਹਦੇ ਰਾਹੀਂ ਉਹਨਾਂ ਤੋਂ ਸਪਸ਼ਟੀਕਰਨ ਮੰਗਣਾ, ਤੇ 5 ਦਿਨਾਂ ਦਾ ਸਮਾਂ ਜਿਹੜਾ ਆ ਉਹ ਸੁਨਿਸ਼ਚਿਤ ਜਿਹੜਾ ਹੈਗਾ ਉਹ ਅਸੀਂ ਕਰਾਂਗੇ ਕਿ 5 ਦਿਨਾਂ ਦੇ ਵਿੱਚ ਉਹ ਇਹ ਜਿਹੜਾ ਹੈਗਾ ਆਪਣਾ ਪੱਖ ਸਪਸ਼ਟ ਕਰਨ। ਤੇ ਜੇ ਉਸ ਤੋਂ 5 ਦਿਨਾਂ ਤੋਂ ਬਾਅਦ ਜੇ ਉਹ ਸਪਸ਼ਟੀਕਰਨ ਉਹਨਾਂ ਵੱਲੋਂ ਜਾਂ ਜਿਹੜੀ ਗੱਲ ਉਹ ਕਹਿੰਦੇ ਆ ਜਾਂ ਦਾ ਸਪਸ਼ਟੀਕਰਨ ਆਉਂਦਾ ਹੀ ਨਹੀਂ, ਜਾਂ ਜਿਹੜਾ ਪੱਖ ਉਹ ਰੱਖਣਗੇ ਉਹਦੇ ਨਾਲ ਜਿਹੜੀ ਗੱਲ ਆ ਉਹਦੇ ਨਾਲ ਜਿਹੜੀ ਸਿੱਖ ਸੰਗਤ ਆ ਜਾਂ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਸਹਿਮਤ ਨਹੀਂ ਹੋਣਗੇ, ਤਾਂ ਉਹਦੇ ਉੱਤੇ ਜਿਹੜਾ ਅਗਲਾ ਮਤਾ ਹੈਗਾ ਉਹਦੇ ਬਾਰੇ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸੰਗਤ ਨੂੰ ਦੱਸਣ। ਜਿਹੜੀ ਗੱਲ ਬਾਪੂ ਜੀ ਨੇ ਵੀ ਕੀਤੀ ਆ ਕਿ ਤੁਸੀਂ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਧਿਰਾਂ ਤੇ ਸਿੱਖ ਜਥੇਬੰਦੀਆਂ ਜਾਂ ਸਿੱਖ ਸੰਗਤਾਂ ਉਹਨਾਂ ਨੂੰ ਇਹ ਤੁਸੀਂ ਮਿਲ ਕੇ ਇੱਕ ਕਮੇਟੀ ਬਣਾਓਗੇ ਜਾਂ ਖੁੱਲ੍ਹੀ ਅਪੀਲ ਕਰੋਗੇ? ਨਹੀਂ, ਇੱਕ ਤਾਂ ਬਾਪੂ ਜੀ ਨੇ ਜਿਵੇਂ ਡਿਪਟੀ ਸਾਹਿਬ ਨੇ ਦੱਸਿਆ ਕਿ ਅਸੀਂ ਇੱਕ ਤਾਲਮੇਲ ਕਮੇਟੀ ਬਣਾਈ ਆ, 11 ਮੈਂਬਰੀ ਤਾਲਮੇਲ ਕਮੇਟੀ ਅੱਜ ਜਿਹੜੀ ਹੈਗੀ ਆ ਉਹ ਨਿਯੁਕਤ ਕੀਤੀ ਆ। ਉਹ 11 ਮੈਂਬਰੀ ਤਾਲਮੇਲ ਕਮੇਟੀ ਆ ਜਿਹੜੀ ਉਹਦਾ ਜਿੰਮਾ ਹਾਲ ਫਿਲਹਾਲ ਸਿਰਫ ਇੰਨਾ ਕਾ ਕਿ ਉਹ ਪੰਜਾਬ ਦੀਆਂ ਜਿਹੜੀਆਂ ਪੰਥਕ ਧਿਰਾਂ ਨੇ ਤੇ ਸਮਾਜਿਕ ਧਿਰਾਂ ਨੇ ਜਿਹੜੀਆਂ ਕਾਰਜਸ਼ੀਲ ਨੇ ਲੋਕਾਂ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ, ਇਨਸਾਫ ਦੇ ਨਾਲ ਨਿਆਂ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਕਾਰਜਸ਼ੀਲ ਨੇ ਜਿਹੜੀਆਂ ਮਤਲਬ ਪੰਥਕ ਤੇ ਸਮਾਜਿਕ ਜਥੇਬੰਦੀਆਂ, ਉਹਨਾਂ ਨੂੰ ਉਹ 11 ਮੈਂਬਰੀ ਜਿਹੜੀ ਤਾਲਮੇਲ ਕਮੇਟੀ ਉਹਨਾਂ ਨਾਲ ਤਾਲਮੇਲ ਕਰਕੇ ਉਹ ਇਹਦੇ ਉੱਤੇ ਤਾਲਮੇਲ ਕਰਕੇ ਸੰਘਰਸ਼ ਉਲੀਕਣ ਦੀ ਜਿਹੜੀ ਹੈਗੀ ਉਹ ਅਗਲੀ ਕਵਾਇਦ ਸ਼ੁਰੂ ਕਰਾਂਗੇ ਅਸੀਂ ਜੀ। ਠੀਕ ਹੈ, ਜੋ ਅੱਜ ਦਾ ਮਤਾ ਇੱਕ ਤਾਂ ਤਾਲਮੇਲ ਕਮੇਟੀ ਬਣੀ 11 ਮੈਂਬਰੀ, ਔਰ ਦੂਸਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਅੱਜ ਦਾ ਦੂਜਾ ਮਤਾ ਇਹ ਆ ਕਿ ਜਿਹੜੇ 117 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਚੋਣਾਂ ਲੜ ਰਹੇ ਉਮੀਦਵਾਰ ਨੇ ਉਹਨਾਂ ਨੂੰ ਮਿਲ ਕੇ ਚੇਤਾਵਨੀ ਪੱਤਰ ਦਿੱਤਾ ਜਾਊਗਾ ਤੇ 5 ਦਿਨਾਂ ਦੇ ਵਿੱਚ ਉਹਨਾਂ ਦਾ ਸਪਸ਼ਟੀਕਰਨ ਜਿਹੜਾ ਹੈਗਾ ਉਹ ਮੰਗਿਆ ਜਾਊਗਾ। ਤੇ ਬਾਕੀ ਸਿੰਘ ਸਾਹਿਬ ਜਿਹੜੇ ਨੂੰ ਅਗਲਾ ਮਤਾ ਦੱਸਣ। ਬਾਕੀ ਇਹ ਆ ਕਿ ਜਿਹੜੇ 117 ਨੂੰ ਅਸੀਂ ਉਸ ਚੇਤਾਵਨੀ ਪੱਤਰ ਦੇਣਾ ਹੈ, ਅਸੀਂ ਉਹਨਾਂ ਨੂੰ 5 ਦਿਨ ਦਾ ਇਹ ਸਮਾਂ ਦੇਣਾ ਕਿ ਤੁਸੀਂ ਇਹਦੇ ਤੇ ਸਪਸ਼ਟੀਕਰਨ ਦਿਓ, ਤੁਹਾਡੀ ਪਾਰਟੀ ਇਹ 'ਤੇ ਸਪਸ਼ਟੀਕਰਨ ਦੇਵੇ ਉਹਨਾਂ ਦੀ ਕੀ ਅਪਰੋਚ ਆ ਉਹਨਾਂ ਬੰਦੀ ਸਿੰਘਾਂ ਲਈ ਜੋ ਲੋਕ ਸਜ਼ਾ ਭੁਗਤ ਚੁੱਕੇ ਨੇ, ਜਾਂ ਖਾਸ ਕਰ ਦਵਿੰਦਰਪਾਲ ਭੁੱਲਰ ਜੀ ਉਹਨਾਂ ਦੀ ਕੀ ਸੋਚ ਰੱਖਦੇ ਨੇ ਉਹਨਾਂ ਬਾਬਤ, ਉਹ ਆਪਣੀ ਸੋਚ ਸਪਸ਼ਟ ਕਰਨ, ਆਪਦਾ ਸਟੈਂਡ ਸਪਸ਼ਟ ਕਰਨ, ਤੇ ਇਹਨਾਂ ਦੀ ਜਿਹੜੀ ਉਹ ਫੈਲ ਹੈ ਉਹ ਕਿੱਥੇ ਜੇ ਪਈ ਹੈ, ਕਿਉਂ ਅਟਕੀ ਹੋਈ ਹੈ, ਉਹ ਸਾਰੀਆਂ ਚੀਜ਼ਾਂ ਦੇ ਸਪਸ਼ਟੀਕਰਨ ਦੇਣ ਤੇ ਉਹਨਾਂ ਦੇ ਉੱਤੇ ਸਾਈਨ ਕਰਨ। ਤੇ ਨਹੀਂ ਫਿਰ ਇਹਨਾਂ ਦੇ 117 ਉਮੀਦਵਾਰਾਂ ਦਾ ਘਰਾਓ ਕੀਤਾ ਜਾਊਗਾ, ਇਹਨਾਂ ਦਾ ਵਿਰੋਧ ਕੀਤਾ ਜਾਊਗਾ ਤੇ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ, ਉਹਨਾਂ ਦਾ ਬਿਲਕੁਲ ਬਾਈਕਾਟ ਕਰਕੇ ਘੇਰਿਆ ਜਾਊਗਾ ਇਹਨਾਂ ਨੂੰ। ਭਗਵੰਤ ਮਾਨ ਨੇ ਇੱਕ ਪੱਤਰਕਾਰ ਨੂੰ ਕਿਹਾ ਵੀ ਐਲਜੀ ਕੋਲੇ ਕੋਈ ਹੈ ਫਾਈਲ ਉਹਦਾ। ਨਹੀਂ, ਉਹ ਬਿਲਕੁਲ ਝੂਠ ਆ ਜੀ, ਝੂਠ ਦਾ ਪਲੰਦਾ ਸੀ। ਉਹੀ ਕਹਿ ਰਹੇ ਆ ਕਿ ਆਮ ਲੋਕਾਂ ਨੂੰ, ਇਨਸਾਫ ਪਸੰਦ ਲੋਕਾਂ ਨੂੰ, ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੋ ਅਸਲੀਅਤ ਆ ਉਹ ਤੋਂ ਇਹ ਡਿਵਾਈਡ ਕਰ ਰਹੇ ਆ, ਭੜਕਾ ਰਹੇ ਨੇ ਕਿ ਜੀ ਉੱਥੇ ਪਈ ਆ ਇੱਥੇ ਪਈ ਆ। ਅਸੀਂ ਉਹੀ ਕਹਿੰਦੇ ਆ ਕਿ ਉੱਥੇ ਕਿਵੇਂ ਚਲੀ ਗਈ, ਕਿਉਂਕਿ ਰਿਜੈਕਟ ਤਾਂ ਤੁਸੀਂ ਕਰਤੀ ਆ। ਜਦੋਂ ਤੁਸੀਂ ਰਿਜੈਕਟ ਕਰਤੀ ਫਿਰ ਉਸ ਤੋਂ ਬਾਅਦ ਤਾਂ ਕਿਉਂਕਿ ਇਹ ਪ੍ਰੋਸੀਜਰ ਹੁੰਦਾ, ਜੇ ਤੁਸੀਂ ਉਹਨੂੰ ਜੈਸ ਕਰਦੇ ਹੋ ਫਿਰ ਉਹ ਐਲਜੀ ਕੋਲੇ ਜਾਂਦੀ ਆ, ਫਿਰ ਉਹ ਗਾਂਹ ਜਾਂਦੀ ਆ। ਜਦੋਂ ਤੁਸੀਂ ਰਿਜੈਕਟ ਕਰ ਚੁੱਕੇ ਹੋ ਫਿਰ ਉਹ ਅੱਗੇ ਕਿੱਦਾਂ ਚਲੀ ਗਈ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਸਪਸ਼ਟੀਕਰਨ ਮੰਗਿਆ ਜਾਊਗਾ। ਤੇ ਜੇ ਉਹ ਸਪਸ਼ਟੀਕਰਨ ਦੇਣ ਦੇ ਵਿੱਚ ਅਸਫਲ ਹੁੰਦੇ ਜਾਂ ਨਹੀਂ ਦਿੰਦੇ, ਜਾਂ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਅਸੀਂ ਸੰਤੁਸ਼ਟ ਨਹੀਂ ਹੁੰਦੇ, ਤਾਂ ਫਿਰ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਪੰਜਾਬ 'ਚ ਨਹੀਂ ਵੜਨ ਦਿੱਤਾ ਜਾਊਗਾ, ਉਹਨੂੰ ਘੇਰਿਆ ਜਾਊਗਾ। ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਲੋਕਾਂ ਨਾਲ ਇਹ ਵੱਡਾ ਧੋਖਾ ਨਹੀਂ ਕਿ ਇੱਕ ਜਿਹੜੀ ਪਾਰਟੀ ਆ ਦਿੱਲੀ ਵਿੱਚ ਰਾਜ ਕਰ ਰਹੀ ਆ, ਪੰਜਾਬ 'ਚ ਰਾਜ ਕਰਨ ਲਈ ਆ ਰਹੀ ਆ, ਔਰ ਇਹ ਗੱਲ ਦੀ ਡਿਮਾਂਡ ਲੋਕਾਂ ਤੋਂ ਕਰ ਰਹੀ ਕਿ ਸਾਨੂੰ ਜਿਤਾਓ, ਅਸੀਂ ਇੱਕ ਨਿਜ਼ਾਮ ਜਿਹੜਾ ਆ ਉਹ ਬਦਲ ਕੇ ਰੱਖ ਦਿਆਂਗੇ, ਪਰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਈ ਹੋਈ ਨੂੰ ਦਰਕਨਾਰ ਕਰਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਜਿਹੜੀ ਰਿਹਾਈ ਦੀ ਫਾਈਲ ਸੀ ਉਹਨੂੰ ਰਿਜੈਕਟ ਕਰਕੇ, ਔਰ ਇਹ ਗੱਲ ਜਦੋਂ ਕਿ ਬੜੀ ਜ਼ਰੂਰੀ ਆ, ਜਦੋਂ ਵੀ ਕਿਸੇ ਕੈਦੀ ਦੀ ਜੀ ਈਵਨ ਜਿਹੜੇ ਕੈਦੀ ਸਜ਼ਾ ਯਾਫਤਾ ਨੇ ਉਹਨਾਂ ਕੈਦੀਆਂ ਦੀ ਜਦੋਂ ਵੀ ਕੋਈ ਰੱਦ ਹੁੰਦੀ ਆ ਉਹਨਾਂ ਦੀ ਜਿਹੜੀ ਅਪੀਲ ਆ, ਉਸ ਕੈਦੀ ਨੂੰ ਜੇਲ੍ਹ ਦੇ ਵਿੱਚ ਦੱਸਿਆ ਜਾਂਦਾ, ਜਾਂ ਜਿੱਥੇ ਵੀ ਉਹ ਹੋਏ ਛੁੱਟੀ ਕੱਟ ਰਿਹਾ ਹੋ ਜਾਂ ਜਿਸ ਵੀ ਹਾਲਾਤਾਂ 'ਚ ਹੋਵੇ, 2 ਉਹਦੇ ਨੁਮਾਇੰਦੇ ਹੁੰਦੇ ਨੇ, ਇੱਕ ਉਹ ਖੁਦ ਤੇ ਇੱਕ ਜਿਹੜਾ ਉਹਦਾ ਵਕੀਲ ਆ। ਇਹਨਾਂ ਦੋਨਾਂ ਤੋਂ ਹੀ ਇਹਨਾਂ ਨੂੰ ਪਾਸੇ ਰੱਖਿਆ ਗਿਆ। ਕੀ ਕਾਰਨ ਸਮਝਦੇ ਹੋ? ਨਹੀਂ, ਵੇਖੋ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਦੇਖੋ, ਇੱਕ ਜ਼ਿੰਮੇਦਾਰ ਅਹੁਦੇ ਤੇ ਬੈਠੇ ਹੋਏ ਇਨਸਾਨ ਝੂਠ ਬੋਲ ਰਹੇ ਨੇ।
ਪਹਿਲੀ ਗੱਲ ਤਾਂ ਇਹੀ ਬਹੁਤ ਗਲਤ ਆ, ਸਾਨੂੰ ਪੰਜਾਬੀਆਂ ਨੂੰ ਸੋਚ ਲੈਣੀ ਚਾਹੀਦੀ ਹੈ ਕਿ ਉਹਨਾਂ ਦੇ ਉੱਤੇ ਵਾਅਦਿਆਂ ਉੱਤੇ ਅਸੀਂ ਕਿੱਦਾਂ ਭਰੋਸਾ ਕਰ ਸਕਦੇ ਹਾਂ ਜਿਹੜੇ ਇੱਕ ਸੰਵਿਧਾਨਕ ਪਦ ਦੇ ਉੱਤੇ ਬੈਠੇ ਹੋਏ ਝੂਠ ਬੋਲ ਰਹੇ ਨੇ। ਦੂਸਰਾ ਤੁਸੀਂ ਜਿਹੜਾ ਪੁਆਇੰਟ ਰੱਖਿਆਗਾ ਕਿ ਇਹ ਜਿਹੜਾ ਪੁਆਇੰਟ ਦਾ ਇਹੀ ਤਾਂ ਮੈਂ ਕਹਿ ਰਿਹਾ ਕਿ ਇੱਕ ਤੁਸੀਂ ਕਹਿੰਦੇ ਹੋ ਸੰਵਿਧਾਨਕ ਤੌਰ ਤੇ ਸਾਡੀ ਇਹ ਦੇਸ਼ ਚੱਲ ਰਿਹਾ ਤੇ ਤੁਸੀਂ ਸੰਵਿਧਾਨ ਨੂੰ ਹੀ ਬਾਈਪਾਸ ਕਰਕੇ ਇੱਕ ਫਾਈਲ ਉਸ ਟਾਈਮ ਤੁਸੀਂ ਵੇਖ ਰਹੇ ਹੋ ਜਦੋਂ ਤੁਹਾਡੇ ਕੋਲ ਅਧਿਕਾਰ ਹੀ ਨਹੀਂ, ਕਿਉਂਕਿ ਸਟੇਟਸ ਸਟੇ ਲੱਗਿਆ ਹੋਇਆ ਵੀ ਜਿੱਥੇ ਖੜਾ ਉੱਥੇ ਖੜੀ ਰਹਿੰਦੇ ਹੋ ਫਾਈਲ, ਤੁਸੀਂ ਉਹਦੇ ਵਿੱਚ ਇੱਕ ਨਹੀਂ 2-3 ਵਾਰ ਉਹਨੂੰ ਰਿਜੈਕਟ ਕਰ ਦਿੰਦੇ ਹੋ, ਫਿਰ ਆ ਕੇ ਤੁਸੀਂ ਲੋਕਾਂ ਦੇ ਵਿੱਚ ਝੂਠ ਬੋਲਦੇ ਹੋ। ਇਹ ਲੋਕਾਂ ਨੂੰ ਸਾਨੂੰ ਹਰ ਇੱਕ ਬੰਦੇ ਨੂੰ ਜੋ ਵੀ ਸਮਾਜਿਕ ਤੌਰ ਤੇ ਵਿਚਰ ਰਿਹਾ, ਚਾਹੇ ਧਾਰਮਿਕ ਤੌਰ ਤੇ ਵਿਚਰ ਰਿਹਾ, ਚਾਹੇ ਉਹ ਇੱਕ ਸੰਵਿਧਾਨ ਨੂੰ ਮੰਨਣ ਵਾਲਾ ਵੀਰ ਆ, ਚਾਹੇ ਉਹ ਇੱਕ ਦੇਸ਼ ਦੇ ਵਿੱਚ ਰਹਿ ਕੇ ਆਪਦੇ ਆਪ ਨੂੰ ਇੱਕ ਸੁਰੱਖਿਅਤ ਸਮਝ ਰਿਹਾ ਹੈਗਾ, ਉਹਨੂੰ ਇਹਨਾਂ ਝੂਠਾਂ ਦੇ ਬਾਬਤ ਇਹੋ ਜਿਹੇ ਬੰਦਿਆਂ ਬਾਬਤ ਜ਼ਰੂਰ ਸੋਚਣਾ ਚਾਹੀਦਾ ਕਿ ਇਹ ਸਾਨੂੰ ਅੱਗੇ ਜਾ ਕੇ ਕੀ ਦੇ ਸਕਦੇ ਨੇ ਜਾਂ ਕੀ ਇਹਨਾਂ ਦੇ ਭਰੋਸਾ ਕੀਤਾ ਜਾ ਸਕਦਾ। ਔਰ ਇੱਕ ਬੇਨਤੀ ਸੰਗਤ ਨੂੰ ਇਹ ਕਰਨੀ ਚਾਹੁੰਦੇ ਆ ਕਿ ਜਿਹੜੇ ਭੁੱਲਰ ਸਾਹਿਬ ਦੇ ਵਕੀਲ ਨੇ ਮੁੱਢ ਤੋਂ ਉਹਨਾਂ ਦੇ ਕੇਸ ਦੀ ਪੈਰਵਾਈ ਕਰ ਰਹੇ ਆ ਮੰਝਪੁਰ ਸਾਹਿਬ ਹੋਰਾਂ ਦਾ ਇਹ ਸਾਰਾ ਜਿਹੜਾ ਮਸਲਾ ਹੈਗਾ ਇਹਦਾ ਕਾਨੂੰਨੀ ਪੱਖ ਤੇ ਸਿਆਸੀ ਪੱਖ ਤੇ ਜੋ ਆਮ ਆਦਮੀ ਪਾਰਟੀ ਵੱਲੋਂ ਪੱਖ ਪੇਸ਼ ਕੀਤਾ ਜਾ ਰਿਹਾ, ਇਹਨਾਂ ਸਾਰੇ ਪੱਖਾਂ ਦੇ ਉੱਤੇ ਮੰਝਪੁਰ ਸਾਹਿਬ ਨੇ ਬਹੁਤ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਉਹ ਪੱਖ ਪੇਸ਼ ਕੀਤਾ ਆਪਣਾ। ਇਹਦੇ ਤੇ ਮਤਲਬ ਕਿ ਉਹਨਾਂ ਨੇ ਆਪਣੀ ਗੱਲ ਰੱਖੀ ਹੋਈ ਆ। ਸੰਗਤ ਨੂੰ ਬੇਨਤੀ ਇਹ ਆ ਕਿ ਜੇ ਕਿਸੇ ਵੀ ਸੰਗਤ ਨੂੰ ਜੇ ਜਾਣਕਾਰੀ ਹੈਗੀ, ਵੈਸੇ ਤਾਂ ਸਿੱਖ ਸੰਗਤਾਂ ਨੂੰ ਇਹਦੇ ਬਾਰੇ ਜਾਣਕਾਰੀ ਹੈਗੀ, ਸਾਡਾ ਮੰਨਣਾ ਇਹ ਆ, ਜੇ ਕਿਸੇ ਨੂੰ ਹੋਰ ਵਧੇਰੇ ਜਾਣਕਾਰੀ ਦੀ ਲੱਗਦੀ ਆ ਕਿ ਉਹ ਇਹ ਸਾਰੇ ਮਾਮਲੇ ਦੇ ਸਾਰੇ ਪੱਖਾਂ ਬਾਰੇ ਜਾਣੂ ਹੋਣਾ ਚਾਹੁੰਦੇ ਆ, ਤਾਂ ਭੁੱਲਰ ਸਾਹਿਬ ਦੇ ਜਿਹੜੇ ਵਕੀਲ ਨੇ ਮੰਝਪੁਰ ਸਾਹਿਬ, ਉਹਨਾਂ ਵੱਲੋਂ ਇਸ ਫਾਈਲ ਦੇ ਉੱਤੇ ਦਸਤਖਤ ਨਾ ਹੋਣ ਦੇ ਕਾਨੂੰਨੀ ਕਾਰਨ ਜਾਂ ਉਹਦਾ ਕਾਨੂੰਨੀ ਪੱਖ ਕੀ ਆ, ਉਹਦੇ ਉੱਤੇ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਕਿਵੇਂ ਗਲਤ ਨੇ, ਉਹਦਾ ਰਾਜਨੀਤਿਕ ਕਾਰਨ ਮਸਲਾ ਕੀ ਆ, ਇਹ ਸਾਰੀ ਗੱਲ ਦੇ ਉੱਤੇ ਜਿਹੜਾ ਹੈਗਾ ਜਾਂ ਆਮ ਆਦਮੀ ਪਾਰਟੀ ਜਿਹੜੀਆਂ ਗੱਲਾਂ ਕਹਿ ਰਹੀਆਂ ਉਹਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਪੱਖ ਪੇਸ਼ ਕੀਤਾ, ਉਹ ਮੰਝਪੁਰ ਸਾਹਿਬ ਹੋਰਾਂ ਦੀ ਸਾਰੀ ਗੱਲਬਾਤ ਦੇ ਵਿੱਚ ਆਲਮੋਸਟ ਜਿਹੜਾ ਹੈਗਾ ਉਹ ਕਵਰ ਹੈਗਾ। ਤੇ ਸੰਗਤਾਂ ਨੂੰ ਬੇਨਤੀ ਆ ਕਿ ਉਹਦੇ ਵਿੱਚੋਂ ਦੀ ਤੁਹਾਨੂੰ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਨੇ, ਜੇ ਹੁਣ ਆਪਾਂ ਅਸੀਂ ਇਹਦੇ 'ਚ ਉਹਦੀ ਐਕਸਪਲੇਨੇਸ਼ਨ ਦੇਵਾਂਗੇ ਪ੍ਰੈਸ ਕਾਨਫਰੰਸ 'ਚ ਤਾਂ ਬਹੁਤ ਗੱਲ ਲੰਬੀ ਹੋ ਜਾਣੀ ਆ, ਉਹਦੇ ਵਿੱਚ ਉਹ ਗੱਲਬਾਤ ਸਾਰੀ ਹੈਗੀ। ਔਰ ਇਹਦੇ ਵਿੱਚ ਬਿਲਕੁਲ ਹੀ ਬੇਬੁਨਿਆਦ ਗੱਲਾਂ ਜਿਹੜੀਆਂ ਨੇ ਉਹ ਕਰ ਰਹੇ ਆ, ਜਿਹੜੀ ਲੈਫਟੀਨੈਂਟ ਗਵਰਨਰ ਵਾਲੀ ਜਿਹੜੀ ਗੱਲ ਆ ਸਾਰੀ, ਜਾਂ ਹੋਰ ਜਿੰਨੀਆਂ ਵੀ ਗੱਲਾਂ ਪੇਸ਼ ਕੀਤੀਆਂ 2014 ਵਾਲੀ ਜਿਹੜੀ ਚਿੱਠੀ ਜਿਹੜੀ ਉਹ ਕਹਿੰਦੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਆ ਉਹ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖੀ, ਜਦੋਂ ਕਿ ਉਹ ਸੰਵਿਧਾਨਕ ਤੌਰ ਤੇ ਦੇਸ਼ ਦੇ ਰਾਸ਼ਟਰਪਤੀ ਕੋਲੇ ਇਹ ਰਾਈਟ ਹੀ ਨਹੀਂ ਹੈਗਾ। ਇਹ ਵੀ ਅਸੀਂ ਪ੍ਰੋਫੈਸਰ ਸਾਹਿਬ ਹੁਣੇ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਖਾੜਾ ਸਾਹਿਬ ਜਿਹੜੇ ਇੱਕ ਸੀਨੀਅਰ ਐਡਵੋਕੇਟ ਨੇ ਤੇ ਬੰਦੀ ਸਿੰਘਾਂ ਲਈ ਔਰ ਜਿਹੜੇ ਵੀ ਇੱਥੋਂ ਦੇ ਜਿੰਨੇ ਵੀ ਇਹ ਕੇਸ ਨੇ ਇਹਨਾਂ ਗੱਲਾਂ ਨਾਲ ਸੰਬੰਧਿਤ ਜਿਹੜੇ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਕੇਸ ਪਾਏ ਨੇ, ਉਹਨਾਂ ਦੇ ਕੇਸ ਲੜਦੇ ਨੇ, ਬਹੁਤ ਸੀਨੀਅਰ ਵਕੀਲ ਨੇ, ਇਹਨਾਂ ਤੋਂ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਖਾੜਾ ਸਾਹਿਬ ਧੰਨਵਾਦ ਹੈ ਤੁਹਾਡਾ। ਤੇ ਸਾਨੂੰ ਇਹ ਦੱਸੋ ਕਿ ਜਿਹੜੀ ਉਹ ਗੱਲ ਕਰ ਰਹੇ ਨੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਰੋਕ ਮਨਜਿੰਦਰ ਸਿੰਘ ਬਿੱਟੇ ਹੋਣਾ ਨੇ ਲਾਈ ਸੀ, ਉਹਦੇ ਵਿੱਚ ਹੀ ਕੀ ਕੇਜਰੀਵਾਲ ਸਰਕਾਰ ਨੇ ਇਹ ਧੋਖਾ ਕੀਤਾ ਆ ਲੋਕਾਂ ਨਾਲ, ਜਾਂ ਸੰਵਿਧਾਨ ਦੇ ਤੌਰ ਤੇ ਉਹ ਇਹ ਕਰ ਸਕਦੇ ਨੇ ਸੁਪਰੀਮ ਕੋਰਟ ਦੇ ਉੱਤੋਂ ਦੀ ਜਾ ਕੇ ਉਹਨਾਂ ਨਾਲ? ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ 2021 ਦੇ ਵਿੱਚ ਜਦ ਗੁਰਪੁਰਬ ਦੇ ਵਿੱਚ ਪ੍ਰਾਈਮ ਮਿਨਿਸਟਰ ਡਿਕਲੇਅਰ ਕਰਦਾ ਹੈ ਕਿ ਇਹਨਾਂ ਨੂੰ ਸਾਰੇ ਬੰਦੀ ਜਿਹੜੇ ਆਪਣੇ ਸਿੰਘ ਰਿਹਾ ਕੀਤੇ ਜਾਣ, ਉਸ ਤੋਂ ਬਾਅਦ ਜਿਹੜਾ ਮਨਜਿੰਦਰ ਬਿੱਟਾ ਸੁਪਰੀਮ ਕੋਰਟ 'ਚ ਰਿਟ ਫਾਈਲ ਕਰਦਾ ਹੈ, ਉਹ ਰਿਟ ਜਿਹੜੀ ਡਿਸਮਿਸ ਹੋ ਜਾਂਦੀ ਹੈ ਤੇ ਇਟ ਮੀਨਸ ਸੁਪਰੀਮ ਕੋਰਟ ਦੀ ਡਾਇਰੈਕਟ ਜਿਹੜੀ ਡਾਇਰੈਕਸ਼ਨ ਹੈ ਕਿ ਇਹਨਾਂ ਬੰਦਿਆਂ ਨੂੰ ਛੱਡਣਾ ਚਾਹੀਦਾ। ਪਰ ਹੁਣ ਮੈਂ ਦੇਖਿਆ ਹੈ ਕਿ ਸਿਰਫ ਵੋਟਾਂ ਦੀ ਖਾਤਰ, ਮੈਂ ਕਹੂੰਗਾ ਕੋਈ ਜਸਟਿਸ ਦੀ ਗੱਲ ਨਹੀਂ ਕਰ ਰਿਹਾ ਸੀਐਮ ਜਿਹੜਾ ਉੱਥੋਂ ਦਾ ਦਿੱਲੀ ਦਾ, ਸਿਰਫ ਸਾਡੀਆਂ ਕਿਸ ਤਰੀਕੇ ਨਾਲ ਵੋਟਾਂ ਨਾ ਖਰਾਬ ਹੋ ਜਾਣ, ਇਹ ਲੱਗੇ ਕਿ ਜਿਹੜਾ ਕੇਜਰੀਵਾਲ ਹੈ ਇਹ ਜਿਹੜਾ ਸਿੱਖਾਂ ਦੇ ਅਗੇਂਸਟ ਹੈ, ਕਿਸ ਤਰੀਕੇ ਨਾਲ ਸਾਨੂੰ ਵੋਟਾਂ ਜਿਹੜੀਆਂ ਜ਼ਿਆਦੀਆਂ ਮਿਲ ਜਾਣ। ਸੋ ਇਹ ਬੜੀ ਗੰਦੀ ਸੋਚ ਮੈਂ ਕਹੂੰਗਾ। ਜੇ ਇਹੋ ਜਿਹੀ ਸੋਚ ਰਹੀ ਤਾਂ ਮੇਰੇ ਦੇਖਣ 'ਚ ਪਿਛਲੇ 40 ਸਾਲ ਤੋਂ ਸਾਨੂੰ ਇਹ ਸੋਚ ਲੈ ਕੇ ਬਹਿ ਗਈ। ਸੋ ਕਾਨੂੰਨੀ ਤੌਰ ਤੇ ਕੋਈ ਅੜਿੱਚਨ ਨਹੀਂ ਬਣਦੀ, ਕਾਨੂੰਨੀ ਤੌਰ ਤੇ ਉਹਨੂੰ ਰਿਹਾ ਕਰਨਾ ਚਾਹੀਦਾ। ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ 25 ਤੋਂ 26 ਸਾਲ ਦਾ ਪੀਰੀਅਡ ਹੋ ਚੁੱਕਾ ਹੈ, ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਚੁੱਕੀ ਹੈ, ਇਟ ਮੀਨਸ ਡਾਇਰੈਕਸ਼ਨ ਹੀ ਆਓ ਜੀ। ਜਦੋਂ ਉਸ ਦੇ ਵਿੱਚ ਉਹਨਾਂ ਨੇ ਰਿਟ ਡਿਸਮਿਸ ਕਰਤੀ ਤਾਂ ਆਪਾਂ ਉਹਨੂੰ ਡਾਇਰੈਕਸ਼ਨ ਕਵਾਂਗੇ, ਉਹਨਾਂ ਦਾ ਮਤਲਬ ਇਹ ਹੈ ਕਿ ਉਹਨੂੰ ਰਿਹਾ ਕੀਤਾ ਜਾਵੇ, ਉਹਨੂੰ ਰਿਹਾ ਕੀਤਾ ਜਾਵੇ। ਸੋ ਸਾਡੀ ਬਦਕਿਸਮਤੀ ਹੈ, ਘੱਟ ਗਿਣਤੀਆਂ ਦੀ ਬਦਕਿਸਮਤੀ ਹੈ ਇਸ ਕੰਟਰੀ ਦੇ ਵਿੱਚ। ਮੈਂ ਕਹੂੰਗਾ ਕਿ ਜਦੋਂ ਵੀ ਕੋਈ ਗੱਲ ਕਰਨੀ ਹੈ, ਜਦ ਵੀ ਜਸਟਿਸ ਦੀ ਗੱਲ ਕਰਨੀ ਹੈ, ਤਾਂ ਉਦੋਂ ਇਸੇ ਪੁਆਇੰਟ ਤੇ ਵੋਟਾਂ ਦੇ ਆਧਾਰ ਤੇ ਕਿੰਤੂ ਪਰੰਤੂ ਕਰਕੇ ਸਾਡੇ ਨਾਲ ਜਿਹੜਾ ਜਸਟਿਸ ਕੀਤਾ ਜਾਂਦਾ ਨਹੀਂ। ਬਸ ਇਹ ਅਪੀਲ ਬਾਪੂ ਜੀ ਇੱਕ ਤੁਸੀਂ ਦੇ ਦਿਓ ਸੰਗਤ ਨੂੰ ਸਾਰੀ ਨੂੰ ਜਿਹੜੀ ਹੈਗੀ ਮੇਰੀ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਹ ਅਪੀਲ ਹੈ, ਸਿੱਖ ਸੰਗਤਾਂ ਨੂੰ, ਖਾਸ ਕਰ ਸਿੱਖ ਜਥੇਬੰਦੀਆਂ ਨੂੰ, ਕਿ ਹਰ ਗੱਲ ਦਾ ਸਮਾਂ ਹੁੰਦਾ ਹੈ। ਅੱਜ ਉਹ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਸਾਰੇ ਜਾਣੇ ਇਕੱਠੇ ਹੋ ਕੇ ਭੁੱਲਰ ਸਾਹਿਬ ਦੀ ਰਿਹਾਈ ਕਰਵਾ ਸਕਦੇ, ਕਿਉਂਕਿ ਜਿਹੜਾ ਬੰਦਾ ਪੰਜਾਬ ਦੇ ਵਿੱਚ ਰਾਜ ਕਰਨ ਦਾ ਸੁਪਨਾ ਲੈ ਕੇ ਆ ਰਿਹਾ,
ਔਰ ਐਡਾ ਵੱਡਾ ਉਹ ਡਿਫਾਲਟਰ ਆ ਜਿਹੜਾ ਅੱਜ ਜੇ ਅਸੀਂ ਉਹਦੇ ਸਾਹਮਣੇ ਉਹਦੀ ਸੱਚਾਈ ਰੱਖਦੇ ਹਾਂ ਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ ਉਹਨੂੰ ਭੁੱਲਰ ਸਾਹਿਬ ਦੀ ਫਾਈਲ ਤੇ ਦਸਤਖਤ ਕਰਨੇ ਪੈਣਗੇ। ਔਰ ਜੇ ਅਸੀਂ ਅੱਜ ਨਹੀਂ ਇਕੱਠੇ ਹੁੰਦੇ, ਅੱਜ ਇਕੱਠੇ ਹੋ ਕੇ ਪ੍ਰੈਸ਼ਰ ਬਿਲਡ ਨਹੀਂ ਕਰਦੇ ਔਰ ਚੋਣਾਂ ਲੰਘ ਜਾਂਦੀਆਂ ਨੇ ਤੇ ਫਿਰ ਇਹ ਫਾਈਲ ਲਟਕਦੀ ਰਹੇਗੀ। ਮੇਰੀ तमाम ਇਨਸਾਫ ਪਸੰਦ ਲੋਕਾਂ ਨੂੰ ਇਹ ਬੇਨਤੀ ਹੈ ਕਿ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਇੱਕ ਬੇਕਸੂਰ ਬੰਦਾ ਜਿਹੜਾ ਆਪਣੀ ਸਜ਼ਾ ਭੁਗਤ ਚੁੱਕਾ ਹੈ, ਜਿਹੜਾ ਕੋਈ ਉਹਦਾ ਕਸੂਰ ਹੋਊਗਾ ਉਹਨੇ ਸਜ਼ਾ ਭੁਗਤ ਲਈ ਹੈ, ਅੱਜ ਉਹ ਬੇਕਸੂਰ ਹੈ, ਉਸ ਦੀ ਰਿਹਾਈ ਵਾਸਤੇ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨਾ ਚਾਹੀਦਾ, ਇਕੱਠੇ ਹੋਣਾ ਚਾਹੀਦਾ, ਆਪਸੀ ਮਤਭੇਦ ਭੁਲਾਉਣੇ ਚਾਹੀਦੇ ਆ। ਜਿਹੜੀ ਅੱਜ ਸਾਡੀ ਤਾਲਮੇਲ ਕਮੇਟੀ ਬਣੀ ਆ ਉਹ ਅਸੀਂ ਸਾਰੇ ਜਾਣੇ ਇਕੱਠੇ ਜਾ ਕੇ ਬੇਨਤੀ ਵੀ ਕਰਾਂਗੇ ਜਥੇਬੰਦੀਆਂ ਨੂੰ ਵੀ, ਸਾਰਿਆਂ ਨੂੰ, ਔਰ ਆਮ ਲੋਕਾਂ ਨੂੰ ਵੀ ਮੇਰੀ ਅਪੀਲ ਹੈ ਕਿ ਸਾਡੀ ਪਹੁੰਚ ਸਾਰਿਆਂ ਤੱਕ ਡਾਇਰੈਕਟ ਨਹੀਂ ਹੋ ਸਕਦੀ, ਸੋਸ਼ਲ ਮੀਡੀਆ ਰਾਹੀਂ ਜਾਂ ਮੀਡੀਆ ਰਾਹੀਂ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੈ ਉਹ ਸਾਰੇ ਇਸ ਆਵਾਜ਼ ਵਿੱਚ ਆਪਣੀ ਆਵਾਜ਼ ਮਿਲਾਉਣ ਤਾਂ ਕਿ ਅਸੀਂ ਭੁੱਲਰ ਸਾਹਿਬ ਨੂੰ ਬਾਇਜ਼ਤ ਬਰੀ ਕਰਾ ਕੇ ਘਰ ਲਿਆ ਸਕੀਏ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਇਹ ਵੀ ਅਪੀਲ ਕਰ ਦਿਓ ਕਿ ਇਹਨਾਂ ਦੇ ਗੁੰਮਰਾਹ ਕਰਨ ਪ੍ਰਚਾਰ ਤੋਂ ਬਚਿਆ ਜਾਵੇ। ਹਾਂ, ਜਿਹੜਾ ਕੇਜਰੀਵਾਲ ਸਾਹਿਬ ਦਾ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਜਿਹੜਾ ਇੱਕ ਫਰਜ਼ੀ ਜਿਹੀ ਚਿੱਠੀ ਲਈ ਫਿਰਦੇ ਨੇ ਜਾਂ ਹੋਰ ਗੁੰਮਰਾਹਕੁਨ ਪ੍ਰਚਾਰ ਇਹਨਾਂ ਦੇ ਉਮੀਦਵਾਰ ਕਰਦੇ ਨੇ ਜਾਂ ਇਹਨਾਂ ਦੇ ਵਰਕਰ ਕਰਦੇ ਨੇ, ਉਹਨਾਂ ਤੋਂ ਬਿਲਕੁਲ ਸੁਚੇਤ ਰਹਿਣ ਦੀ ਲੋੜ ਨਹੀਂ। ਇਹ ਕਿਤੇ ਵੀ ਸੱਚ ਨਹੀਂ ਬੋਲ ਰਹੇ। ਜੇ ਇਹ ਸੱਚ ਬੋਲਦੇ ਹੁੰਦੇ ਤੇ ਇਹਨਾਂ ਨੂੰ ਇਹ ਗੱਲਾਂ ਕਰਨੀਆਂ ਨਹੀਂ ਸੀ ਪੈਣੀਆਂ। ਇਹ ਕਰਕੇ ਆਉਂਦੇ, ਰਿਹਾਈ ਦੀ ਫਾਈਲ ਤੇ ਦਸਤਖਤ ਕਰਕੇ ਲੈ ਕੇ ਆਉਂਦੇ, ਪਰ ਇਹ ਇਮਾਨਦਾਰ ਨਹੀਂ ਹੈਗੇ ਲੋਕ। ਇਸ ਲਈ ਇਹਨਾਂ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਵੀ ਬਚਣਾ ਹੈ ਤੇ ਆਪਣੀ ਲਾਮਬੰਦੀ ਵੀ ਕਰਨੀ ਹੈ, ਪ੍ਰੈਸ਼ਰ ਵੀ ਬਣਾਉਣਾ ਔਰ ਇਹਨਾਂ ਲੋਕਾਂ ਨੂੰ ਸਬਕ ਵੀ ਸਿਖਾਉਣਾ ਹੈ ਜਿਹੜੇ ਝੂਠ ਬੋਲਦੇ ਨੇ ਸਾਡੇ ਕੋਲ ਆਣ ਕੇ ਔਰ ਸਾਡੇ ਪੰਜਾਬ ਤੇ ਆਣ ਕੇ ਰਾਜ ਕਰਨਾ ਚਾਹੁੰਦੇ। ਇਸ ਲਈ ਮੇਰੀ ਬੇਨਤੀ ਹੈ ਕਿ ਸਾਰੇ ਜਾਣੇ ਤਕੜੇ ਹੋ ਕੇ ਲੱਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।